ਦੋਸਤੋ ਡੇਲ ਕਾਰਨੇਗੀ ਦੱਸਦੇ ਹਨ, ਮੈਂ ਉਸ ਰਾਤ ਨੂੰ ਕਦੀ ਨਹੀਂ ਭੁੱਲਾਂਗਾ ਜਦੋਂ ਮੇਰੀਅਨ ਜੇ ਡਗਲਸ, ਇਹ ਉਸ ਬੰਦੇ ਦਾ ਨਾਂ ਹੈ ਜਿਸ ਦੀ ਸੱਚੀ ਕਹਾਣੀ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ। ਇਹ ਅਸਲੀ ਨਾਂ ਨਹੀਂ ਹੈ ਕਿਉਂਕਿ ਕੁਝ ਕਾਰਨਾਂ ਕਰਕੇ ਉਸਨੇ ਆਪਣਾ ਨਾਂ ਪਤਾ ਗੁਪਤ ਰੱਖਣ ਦੀ ਰਿਕੁਐਸਟ ਕੀਤੀ ਸੀ। ਉਸਨੇ ਆਪਣੇ ਪਰਿਵਾਰ 'ਤੇ 2 ਵਾਰ ਪਈ ਬਿਪਤਾ ਦਾ ਹਾਲ ਦੱਸਿਆ ਸੀ। ਪਹਿਲੀ ਬਿਪਤਾ ਜਾਂ ਬੁਰਾ ਟਾਈਮ ਉਦੋਂ ਆਇਆ ਜਦੋਂ ਉਸਦੀ ਜਾਨੋਂ ਵੱਧ ਪਿਆਰੀ 5 ਸਾਲਾਂ ਦੀ ਧੀ ਇਸ ਸੰਸਾਰ ਤੋਂ ਚੱਲ ਵਸੀ। ਉਸਨੂੰ ਅਤੇ ਉਸਦੀ ਵਾਈਫ ਨੂੰ ਲੱਗਿਆ ਕਿ ਉਹ ਇਸ ਦੁੱਖ ਨੂੰ ਸਹਿ ਨਹੀਂ ਸਕਣਗੇ, ਪਰ ਉਸ ਤੋਂ 1 ਸਾਲ ਬਾਅਦ ਪਰਮਾਤਮਾ ਨੇ ਉਹਨਾਂ ਨੂੰ ਇੱਕ ਹੋਰ ਬੱਚੀ ਦਿੱਤੀ, ਪਰ ਉਹ ਵੀ 5 ਦਿਨ ਉਹਨਾਂ ਕੋਲ ਰਹਿ ਕੇ ਚੱਲ ਵਸੀ। ਇਹ ਦੂਹਰਾ ਵਿਯੋਗ ਉਹਨਾਂ ਲਈ ਅਤਿਅੰਤ ਦੁਖਦਾਈ ਅਤੇ ਅਸਹਿ ਹੋ ਗਿਆ। ਉਸਨੇ ਦੱਸਿਆ, ਮੈਂ ਇਸ ਨੂੰ ਸਹਿ ਨਹੀਂ ਸਕਿਆ। ਮੇਰਾ ਸੌਣਾ, ਖਾਣਾ, ਪੀਣਾ ਸਭ ਕੁਝ ਹਰਾਮ ਹੋ ਗਿਆ। ਮੇਰੀ ਉਮੀਦ ਅਤੇ ਆਸਥਾ ਟੁੱਟ ਚੁੱਕੀ ਸੀ। ਅਖੀਰ ਉਹ ਡਾਕਟਰਾਂ ਕੋਲ ਗਿਆ। ਉਸਨੇ ਦੱਸਿਆ, ਮੈਨੂੰ ਅਜਿਹਾ ਲੱਗਦਾ ਜਿਵੇਂ ਮੇਰਾ ਸਰੀਰ ਸ਼ਿਕੰਜੇ ਵਿੱਚ ਪਾ ਦਿੱਤਾ ਗਿਆ ਹੋਵੇ। ਜੇ ਤੁਸੀਂ ਵੀ ਕਦੇ ਅਜਿਹਾ ਅਨੁਭਵ ਕੀਤਾ ਹੋਵੇ ਤਾਂ ਜਾਣਦੇ ਹੋਵੋਗੇ ਕਿ ਦੁੱਖ ਦਾ ਵੇਗ ਕਿੰਨਾ ਪ੍ਰਚੰਡ ਹੁੰਦਾ ਹੈ। ਪਰ ਰੱਬ ਦੀ ਕਿਰਪਾ ਨਾਲ ਮੇਰੇ ਕੋਲ ਇੱਕ 4 ਸਾਲ ਦਾ ਹੋਰ ਬੱਚਾ ਸੀ। ਉਸਨੇ ਮੈਨੂੰ ਮੇਰੀ ਸਮੱਸਿਆ ਦੇ ਹੱਲ ਦਾ ਰਾਹ ਦੱਸਿਆ। ਇੱਕ ਦਿਨ ਸ਼ਾਮ ਨੂੰ ਜਦੋਂ ਮੈਂ ਉਦਾਸ ਬੈਠਾ ਸੀ ਤਾਂ ਮੇਰਾ 4 ਸਾਲਾਂ ਦਾ ਬੱਚਾ ਮੇਰੇ ਕੋਲ ਆਇਆ ਤੇ ਮੈਨੂੰ ਪੁੱਛਣ ਲੱਗਾ, ਬਾਪੂ ਤੁਸੀਂ ਮੇਰੇ ਲਈ ਕਿਸ਼ਤੀ ਬਣਾ ਦਿਓਗੇ? ਮੇਰੀ ਮਾਨਸਿਕ ਹਾਲਤ ਕਿਸ਼ਤੀ ਬਣਾਉਣ ਵਾਲੀ ਨਹੀਂ ਸੀ। ਅਸਲ ਵਿੱਚ ਕੁਝ ਵੀ ਕਰਨ ਦੀ ਮੇਰੀ ਹਾਲਤ ਨਹੀਂ ਸੀ, ਪਰ ਫਿਰ ਵੀ ਆਪਣੇ ਬੱਚੇ ਦੀ ਜ਼ਿੱਦ ਅੱਗੇ ਮੈਨੂੰ ਝੁਕਣਾ ਪਿਆ। ਮੈਨੂੰ ਉਸਦੀ ਗੱਲ ਮੰਨਣੀ ਪਈ। ਉਹ ਖਿਡੌਣਾ ਕਿਸ਼ਤੀ ਬਣਾਉਣ ਵਿੱਚ ਮੈਨੂੰ 3 ਘੰਟੇ ਲੱਗੇ। ਉਸਨੂੰ ਬਣਾ ਲੈਣ ਤੋਂ ਬਾਅਦ ਮੈਨੂੰ ਮਾਨਸਿਕ ਸ਼ਾਂਤੀ ਅਤੇ ਰਾਹਤ ਮਹਿਸੂਸ ਹੋਈ, ਜਿਸ ਦਾ ਅਨੁਭਵ ਮੈਂ ਪਿਛਲੇ ਕਈ ਮਹੀਨਿਆਂ ਤੋਂ ਨਹੀਂ ਸਾਂ ਕਰ ਪਾਇਆ। ਇਸ ਅਨੁਭਵ ਨੇ ਮੈਨੂੰ ਉਦਾਸੀ ਤੋਂ ਛੁਟਕਾਰਾ ਦਿਵਾਇਆ। ਕਈ ਮਹੀਨਿਆਂ ਬਾਅਦ ਮੈਂ ਪਹਿਲੀ ਵਾਰੀ ਕੁਝ ਸੋਚ ਸਕਿਆ। ਮੈਨੂੰ ਲੱਗਿਆ ਜਿਸ ਕੰਮ ਨੂੰ ਕਰਨ ਲਈ ਆਯੋਜਨ ਯਾਨੀ ਆਰਗੇਨਾਈਜ਼ਿੰਗ ਅਤੇ ਸੋਚ ਵਿਚਾਰ ਦੀ ਜ਼ਰੂਰਤ ਹੋਵੇ, ਉਸ ਕੰਮ ਨੂੰ ਕਰਦੇ ਸਮੇਂ ਅਸੀਂ ਆਪਣੀ ਚਿੰਤਾ ਜਾਂ ਦੁੱਖ ਨੂੰ ਭੁੱਲ ਜਾਂਦੇ ਹਾਂ। ਮੇਰੇ ਇਸ ਕਿਸ਼ਤੀ ਬਣਾਉਣ ਦੇ ਕੰਮ ਨੇ ਮੇਰੀ ਚਿੰਤਾ ਨੂੰ ਜੜ੍ਹ ਤੋਂ ਉਖਾੜ ਸੁੱਟਿਆ ਅਤੇ ਮੈਂ ਆਪਣੇ ਆਪ ਨੂੰ ਬਿਜ਼ੀ ਰੱਖਣ ਦਾ ਫੈਸਲਾ ਕਰ ਲਿਆ। ਮੈਂ ਘਰ ਦੇ ਹਰ ਇੱਕ ਕਮਰੇ ਵਿੱਚ ਗਿਆ ਅਤੇ ਉਹਨਾਂ ਵਿੱਚ ਕਰਨ ਵਾਲੇ ਕੰਮਾਂ ਦੀ ਲਿਸਟ ਤਿਆਰ ਕਰ ਲਈ। ਕਈ ਥਾਵਾਂ 'ਤੇ ਰਿਪੇਅਰ ਕਰਨ ਦੀ ਜ਼ਰੂਰਤ ਸੀ। ਬੁੱਕਕੇਸ, ਪੌੜੀਆਂ, ਖਿੜਕੀਆਂ, ਨੌਬ, ਤਾਲੇ ਅਤੇ ਟੂਟੀਆਂ, ਕਈ ਚੀਜ਼ਾਂ ਦੀ ਮੁਰੰਮਤ ਕਰਨੀ ਸੀ। ਤੁਹਾਨੂੰ ਹੈਰਾਨੀ ਹੋਵੇਗੀ ਕਿ 2 ਹਫ਼ਤਿਆਂ ਵਿੱਚ ਮੈਂ 242 ਕੰਮਾਂ ਦੀ ਸੂਚੀ ਬਣਾ ਲਈ ਜਿਨ੍ਹਾਂ ਉੱਤੇ ਧਿਆਨ ਦੇਣਾ ਜ਼ਰੂਰੀ ਸੀ। ਮੈਂ ਪਿਛਲੇ ਕੁਝ ਸਮੇਂ ਤੋਂ ਉਹਨਾਂ ਵਿੱਚੋਂ ਜ਼ਿਆਦਾਤਰ ਕੰਮ ਪੂਰੇ ਕਰ ਲਏ ਹਨ ਅਤੇ ਮੈਂ ਆਪਣੇ ਜੀਵਨ ਨੂੰ ਉਤਸ਼ਾਹ ਵਧਾਉਣ ਵਾਲੀਆਂ ਕਾਰਜ ਪ੍ਰਵਿਰਤੀਆਂ ਨਾਲ ਭਰ ਦਿੱਤਾ ਹੈ। ਹਫ਼ਤੇ ਵਿੱਚ 2 ਵਾਰ ਮੈਂ ਕਈ ਟ੍ਰੇਨਿੰਗ ਕਲਾਸਿਸ ਵਿੱਚ ਭਾਗ ਲੈਂਦਾ ਹਾਂ। ਆਪਣੇ ਟਾਊਨ ਦੀਆਂ ਕਈ ਸਿਟੀਜ਼ਨ ਟ੍ਰੈਂਡਸ ਵਿੱਚ ਵੀ ਮੈਂ ਹਿੱਸਾ ਲੈ ਚੁੱਕਿਆ ਹਾਂ ਅਤੇ ਅੱਜ-ਕੱਲ੍ਹ ਮੈਂ ਇੱਕ ਸਕੂਲ ਦਾ ਚੇਅਰਮੈਨ ਹਾਂ। ਹੁਣ ਮੈਂ ਇੰਨਾ ਰੁੱਝਿਆ ਰਹਿੰਦਾ ਹਾਂ ਕਿ ਚਿੰਤਾ ਕਰਨ ਅਤੇ ਦੁਖੀ ਹੋਣ ਲਈ ਸਮਾਂ ਹੀ ਨਹੀਂ ਮਿਲਦਾ। ਜਦੋਂ ਦੂਸਰਾ ਮਹਾਯੁੱਧ ਸਿਖਰ 'ਤੇ ਸੀ, ਵਿੰਸਟਨ ਚਰਚਿਲ 18 ਘੰਟੇ ਕੰਮ ਕਰਦਾ ਸੀ। ਜਦੋਂ ਉਸਨੂੰ ਪੁੱਛਿਆ ਗਿਆ ਕਿ ਇੰਨੀਆਂ ਜ਼ਿਆਦਾ ਤੇ ਵੱਡੀਆਂ ਜ਼ਿੰਮੇਵਾਰੀਆਂ ਕਾਰਨ ਉਸਨੂੰ ਚਿੰਤਾ ਨਹੀਂ ਹੁੰਦੀ, ਤਾਂ ਜਵਾਬ ਵਿੱਚ ਉਹਨਾਂ ਨੇ ਕਿਹਾ ਸੀ, ਮੇਰੇ ਕੋਲ ਇੰਨਾ ਟਾਈਮ ਹੀ ਕਿੱਥੇ ਹੈ ਕਿ ਮੈਂ ਚਿੰਤਾ ਕਰਾਂ। ਦੋਸਤੋ, ਮਸ਼ਰੂਫੀਅਤ ਜਾਂ ਰੁਝੇਵਾਂ ਇਨਸਾਨ ਨੂੰ ਚਿੰਤਾ ਤੋਂ ਮੁਕਤ ਰੱਖਦਾ ਹੈ, ਕਿਉਂਕਿ ਮਨੋਵਿਗਿਆਨ ਦਾ ਇੱਕ ਨਿਯਮ ਹੈ ਕਿ ਮਨੁੱਖੀ ਦਿਮਾਗ ਕਿੰਨਾ ਹੀ ਤੇਜ਼ ਕਿਉਂ ਨਾ ਹੋਵੇ, ਪਰ ਇੱਕੋ ਹੀ ਟਾਈਮ ਉਸ ਲਈ ਇੱਕ ਤੋਂ ਜ਼ਿਆਦਾ ਗੱਲਾਂ ਬਾਰੇ ਸੋਚਣਾ ਅਸੰਭਵ ਹੈ। ਜੇਕਰ ਤੁਹਾਨੂੰ ਇਸ ਗੱਲ 'ਤੇ ਯਕੀਨ ਨਹੀਂ ਹੈ ਤਾਂ ਪ੍ਰਯੋਗ ਕਰਕੇ ਦੇਖ ਲਓ। ਤੁਸੀਂ ਅੱਖਾਂ ਬੰਦ ਕਰਕੇ ਆਰਾਮ ਨਾਲ ਬੈਠ ਜਾਓ ਅਤੇ ਅੱਖਾਂ ਬੰਦ ਕਰਕੇ ਇੱਕੋ ਵੇਲੇ ਸਟੈਚੂ ਆਫ ਲਿਬਰਟੀ ਅਤੇ ਸਵੇਰੇ ਤੁਸੀਂ ਕੀ ਕਰਨਾ ਹੈ ਉਸ ਕੰਮ ਬਾਰੇ ਸੋਚੋ। ਚਲੋ ਕੋਸ਼ਿਸ਼ ਕਰੋ। ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਤੁਸੀਂ ਦੋਵਾਂ ਬਾਰੇ ਵਾਰੀ-ਵਾਰੀ ਨਾਲ ਤਾਂ ਸੋਚ ਸਕਦੇ ਹੋ, ਪਰ ਇੱਕੋ ਵੇਲੇ 2 ਵਿਸ਼ਿਆਂ 'ਤੇ ਇਕੱਠੇ ਵਿਚਾਰ ਨਹੀਂ ਕਰ ਸਕਦੇ। ਅਸੀਂ ਇੱਕੋ ਵੇਲੇ 2 ਅਲੱਗ-ਅਲੱਗ ਮਨ ਦੀਆਂ ਹਾਲਾਤਾਂ ਵਿੱਚ ਨਹੀਂ ਰਹਿ ਸਕਦੇ। ਤੁਸੀਂ ਕਿਸੇ ਕੰਮ ਨੂੰ ਕਰਨ ਵੇਲੇ ਉਤਸ਼ਾਹਿਤ ਅਤੇ ਚਿੰਤਿਤ ਇੱਕੋ ਵੇਲੇ ਨਹੀਂ ਰਹਿ ਸਕਦੇ। ਡਾਕਟਰ ਵੀ ਰੁਝੇਵੇਂ ਜਾਂ ਮਸ਼ਰੂਫੀਅਤ ਨੂੰ ਦਵਾਈ ਦੀ ਤਰ੍ਹਾਂ ਵਰਤਦੇ ਹਨ। ਬਿਮਾਰ ਦਿਮਾਗ ਵਾਸਤੇ ਕੰਮ ਤੋਂ ਵੱਧ ਇੰਬੈਲੈਂਸ ਨਰਵ ਸਿਸਟਮ ਨੂੰ ਸ਼ਾਂਤ ਕਰਨ ਦਾ ਹੋਰ ਕੋਈ ਤਰੀਕਾ ਨਹੀਂ ਹੈ। ਰੁਝੇਵਾਂ ਜਾਂ ਮਸ਼ਰੂਫੀਅਤ ਹੀ ਸਭ ਤੋਂ ਬੈਸਟ ਟ੍ਰੀਟਮੈਂਟ ਹੈ। ਹੈਨਰੀ ਡਬਲਿਊ ਲੌਂਗਫੈਲੋ ਨੂੰ ਇਸ ਗੱਲ ਦਾ ਗਿਆਨ ਆਪਣੀ ਜਵਾਨ ਪਤਨੀ ਦੇ ਮਰ ਜਾਣ 'ਤੇ ਹੋਇਆ। ਇਹ ਦੁਰਘਟਨਾ ਇਸ ਪ੍ਰਕਾਰ ਹੋਈ ਕਿ ਇੱਕ ਵਾਰ ਉਸਦੀ ਪਤਨੀ ਦੀਵੇ ਕੋਲ ਬੈਠੀ ਮੋਮ ਪਿਘਲਾ ਰਹੀ ਸੀ ਕਿ ਅਚਾਨਕ ਉਸਦੇ ਕੱਪੜਿਆਂ ਨੂੰ ਅੱਗ ਲੱਗ ਗਈ। ਉਸ ਦੀਆਂ ਚੀਕਾਂ ਸੁਣ ਕੇ ਲੌਂਗਫੈਲੋ ਨੇ ਉਸ ਨੂੰ ਬਚਾਉਣ ਲਈ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਤੱਕ ਉਹ ਪਹੁੰਚੇ ਉਦੋਂ ਤੱਕ ਉਹ ਮਰ ਚੁੱਕੀ ਸੀ। ਕੁਝ ਸਮੇਂ ਤੱਕ ਲੌਂਗਫੈਲੋ ਇੰਨੇ ਦੁਖੀ ਰਹੇ ਕਿ ਪਾਗਲਪਨ ਦੀ ਹੱਦ ਤੱਕ ਪਹੁੰਚ ਗਏ। ਹੁਣ ਆਪਣੇ 3 ਬੱਚਿਆਂ ਦੀ ਦੇਖਭਾਲ ਉਹਨਾਂ ਨੂੰ ਕਰਨੀ ਪੈਣੀ ਸੀ। ਸੋ ਇਸ ਗਮਗੀਨ ਹਾਲਤ ਵਿੱਚ ਉਹ ਆਪਣੇ ਬੱਚਿਆਂ ਲਈ ਮਾਂ ਤੇ ਪਿਓ ਦੋਵਾਂ ਦਾ ਰੋਲ ਅਦਾ ਕਰਨ ਲੱਗੇ।
ਉਹ ਉਹਨਾਂ ਨੂੰ ਸੈਰ ਲਈ ਲੈ ਕੇ ਜਾਂਦੇ, ਉਹਨਾਂ ਨੂੰ ਕਹਾਣੀਆਂ ਸੁਣਾਉਂਦੇ ਅਤੇ ਉਹਨਾਂ ਨਾਲ ਖੇਡਦੇ। ਆਪਣੇ ਬੱਚਿਆਂ ਨਾਲ ਬਿਤਾਏ ਗਏ ਪਲਾਂ ਦੌਰਾਨ ਲਿਖੀ ਗਈ ਉਹਨਾਂ ਦੀ ਕਵਿਤਾ, ਜਿਸ ਦਾ ਸਿਰਲੇਖ ਸੀ ਦ ਚਿਲਡਰਨਜ਼ ਆਵਰ, ਇਸ ਕਵਿਤਾ ਨੇ ਉਹਨਾਂ ਨੂੰ ਅਮਰ ਕਰ ਦਿੱਤਾ। ਉਹ ਇਹਨਾਂ ਸਾਰੇ ਕੰਮਾਂ ਵਿੱਚ ਰੁੱਝੇ ਰਹੇ ਕਿ ਆਪਣੀਆਂ ਸਾਰੀਆਂ ਚਿੰਤਾਵਾਂ ਨੂੰ ਬਿਲਕੁਲ ਭੁੱਲ ਗਏ ਅਤੇ ਆਪਣੇ ਮਨ ਦੀ ਸ਼ਾਂਤੀ ਨੂੰ ਫਿਰ ਪ੍ਰਾਪਤ ਕਰ ਲਿਆ। ਜਦੋਂ ਅਸੀਂ ਵਿਹਲੇ ਰਹਿੰਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਖਾਲੀਪਨ ਆਉਣ ਲੱਗਦਾ ਹੈ। ਕੁਦਰਤ ਖਾਲੀਪਨ ਨੂੰ ਪਸੰਦ ਨਹੀਂ ਕਰਦੀ। ਦਿਮਾਗ ਦਾ ਖਾਲੀਪਨ ਜਾਂ ਵਾਇਡਨੈਸ ਜਲਦੇ ਹੋਏ ਬੱਲਬ ਦੇ ਲਾਟੂ ਦੇ ਖਾਲੀਪਨ ਨਾਲ ਬਹੁਤ ਮਿਲਦਾ ਜੁਲਦਾ ਹੈ। ਤੁਸੀਂ ਉਸ ਲਾਟੂ ਨੂੰ ਤੋੜ ਦਿਓ ਅਤੇ ਕੁਦਰਤ ਸਿਧਾਂਤਿਕ ਵਾਇਡਨੈਸ ਜਾਂ ਖਾਲੀਪਨ ਨੂੰ ਹਵਾ ਨਾਲ ਭਰ ਕੇ ਉਸ ਨੂੰ ਖਤਮ ਕਰ ਦੇਵੇਗੀ। ਇਸੇ ਤਰ੍ਹਾਂ ਕੁਦਰਤ ਖਾਲੀ ਜਾਂ ਵਿਹਲੇ ਦਿਮਾਗ ਨੂੰ ਭਰਨ ਲਈ ਦੌੜ ਪੈਂਦੀ ਹੈ। ਆਮ ਤੌਰ 'ਤੇ ਕੁਦਰਤ ਖਾਲੀ ਦਿਮਾਗ ਨੂੰ ਬੁਰੀਆਂ ਭਾਵਨਾਵਾਂ ਨਾਲ ਭਰ ਦਿੰਦੀ ਹੈ। ਇਹ ਭਾਵਨਾਵਾਂ ਇੰਨੀਆਂ ਤੀਬਰ ਹੁੰਦੀਆਂ ਹਨ ਕਿ ਇਨਸਾਨ ਦੇ ਦਿਮਾਗ ਵਿੱਚੋਂ ਸ਼ਾਂਤੀ ਤੇ ਖੁਸ਼ੀ ਦੀਆਂ ਭਾਵਨਾਵਾਂ ਨੂੰ ਬਾਹਰ ਕੱਢ ਦਿੰਦੀਆਂ ਹਨ। ਇਸੇ ਲਈ ਹੀ ਕਿਹਾ ਜਾਂਦਾ ਹੈ ਕਿ ਵਿਹਲਾ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਹੈ। ਇਹ ਵੀ ਕਹਿ ਸਕਦੇ ਹੋ ਕਿ ਅਜਿਹੇ ਸਮੇਂ ਤੁਹਾਡਾ ਦਿਮਾਗ ਉਸ ਬਿਨਾਂ ਲੋੜ ਦੇ ਚੱਲਣ ਵਾਲੀ ਮੋਟਰ ਵਾਂਗ ਹੈ ਜਿਹੜੀ ਅਤਿਅੰਤ ਤੇਜ਼ ਗਤੀ ਨਾਲ ਭੱਜਦੀ ਹੈ ਤੇ ਅਜਿਹੇ ਸਮੇਂ ਸਾਰੀ ਮੋਟਰ ਦੇ ਟੁਕੜੇ ਹੋ ਜਾਣ ਤੇ ਪੁਰਜਿਆਂ ਦੇ ਸੜ ਜਾਣ ਦਾ ਡਰ ਰਹਿੰਦਾ ਹੈ। ਚਿੰਤਾ ਦਾ ਇਲਾਜ ਇਹੀ ਹੈ ਕਿ ਆਪਣੇ ਆਪ ਨੂੰ ਕਿਸੇ ਕ੍ਰੀਏਟਿਵ ਐਕਟੀਵਿਟੀ ਵਿੱਚ ਪੂਰੀ ਤਰ੍ਹਾਂ ਖੋਪ ਦਿੱਤਾ ਜਾਵੇ। ਡੇਲ ਕਾਰਨੇਗੀ ਦੱਸਦੇ ਹਨ ਕਿ ਵਰਲਡ ਫੇਮਸ ਫੀਮੇਲ ਇਨਵੈਸਟੀਗੇਟਰ ਓਸਾ ਜੌਨਸਨ ਨੇ ਮੈਨੂੰ ਦੁੱਖ ਅਤੇ ਚਿੰਤਾ ਤੋਂ ਛੁਟਕਾਰਾ ਪਾਉਣ ਲਈ ਆਪਣੀ ਕਹਾਣੀ ਸੁਣਾਈ। ਕਹਾਣੀ ਦਾ ਸਿਰਲੇਖ ਹੈ ਆਈ ਮੈਰਿਡ ਐਡਵੈਂਚਰ। 16 ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਮਾਰਟਿਨ ਜੌਨਸਨ ਦੇ ਨਾਲ ਹੋ ਗਿਆ ਸੀ। ਓਸਾ ਅਤੇ ਉਸ ਦਾ ਹਸਬੈਂਡ ਮਾਰਟਿਨ 25 ਸਾਲਾਂ ਤੱਕ ਏਸ਼ੀਆ ਅਤੇ ਅਫਰੀਕਾ ਦੀਆਂ ਜਾਨਵਰਾਂ ਦੀਆਂ ਲੁਪਤ ਹੁੰਦੀਆਂ ਪ੍ਰਜਾਤੀਆਂ ਦੀਆਂ ਫਿਲਮਾਂ ਬਣਾਉਣ ਵਾਸਤੇ ਘੁੰਮਦੇ ਰਹੇ। ਕੁਝ ਸਾਲਾਂ ਬਾਅਦ ਜਦੋਂ ਉਹ ਆਪਣੀਆਂ ਮਸ਼ਹੂਰ ਫਿਲਮਾਂ ਬਾਰੇ ਲੈਕਚਰ ਦੇਣ ਲਈ ਟੂਰ 'ਤੇ ਸਨ ਤਾਂ ਉਹਨਾਂ ਨੇ ਡੈਨਵਰ ਤੋਂ ਕੋਸਟ ਜਹਾਜ਼ ਲਿਆ। ਬਦਕਿਸਮਤੀ ਨਾਲ ਜਹਾਜ਼ ਇੱਕ ਪਹਾੜ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਮਾਰਟਿਨ ਦੀ ਮੌਤ ਹੋ ਗਈ ਅਤੇ ਓਸਾ ਨੂੰ ਕੁਝ ਦਿਨ ਹਸਪੀਟਲ ਵਿੱਚ ਐਡਮਿਟ ਰਹਿਣ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਉਹ ਸਾਰੀ ਉਮਰ ਚੱਲ ਨਹੀਂ ਸਕੇਗੀ। ਇਸ ਹਾਦਸੇ ਦੇ 3 ਮਹੀਨੇ ਬਾਅਦ ਹੀ ਓਸਾ ਨੇ ਵੀਲ ਚੇਅਰ 'ਤੇ ਬੈਠ ਕੇ ਵੱਡੀਆਂ ਕਾਨਫਰੰਸਿਸ ਵਿੱਚ ਲੈਕਚਰ ਦੇਣਾ ਸ਼ੁਰੂ ਕਰ ਦਿੱਤਾ। ਇੱਕ ਵਾਰ ਤਾਂ ਇੱਕ ਸੈਸ਼ਨ ਵਿੱਚ ਹੀ ਉਸਨੇ 100 ਕਾਨਫਰੰਸਿਸ ਵਿੱਚ ਲੈਕਚਰ ਦਿੱਤੇ। ਜਦੋਂ ਲੇਖਕ ਨੇ ਓਸਾ ਨੂੰ ਪੁੱਛਿਆ ਕਿ ਤੁਸੀਂ ਅਜਿਹਾ ਕਿਵੇਂ ਕੀਤਾ ਤਾਂ ਉਸਨੇ ਦੱਸਿਆ ਕਿ ਸਮਾਂ ਕੱਟਣ ਲਈ ਹੀ ਮੈਂ ਇਹ ਸਭ ਕੁਝ ਕੀਤਾ ਤਾਂ ਕਿ ਮੈਂ ਦੁਖੀ ਅਤੇ ਚਿੰਤਿਤ ਨਾ ਰਹਾਂ। ਓਸਾ ਜੌਨਸਨ ਨੇ ਉਸ ਸੱਚਾਈ ਦਾ ਅਨੁਭਵ ਕੀਤਾ ਜਿਸ ਦੇ ਬਾਰੇ ਮਸ਼ਹੂਰ ਕਵੀ ਟੈਨਸਿਨ ਆਪਣੀ ਕਵਿਤਾ ਵਿੱਚ ਕਹਿੰਦੇ ਹਨ, ਇਸ ਤੋਂ ਪਹਿਲਾਂ ਕਿ ਮੈਂ ਨਿਰਾਸ਼ਾ ਨਾਲ ਮੁਰਝਾ ਜਾਵਾਂ, ਮੈਨੂੰ ਆਪਣੇ ਆਪ ਨੂੰ ਕੰਮ ਵਿੱਚ ਡੁਬੋ ਲੈਣਾ ਚਾਹੀਦਾ ਹੈ। ਐਡਮਿਰਲ ਬੀਡ ਨੇ ਵੀ ਇਸ ਸੱਚਾਈ ਨੂੰ ਐਕਸਪੀਰੀਅੰਸ ਕੀਤਾ ਸੀ। ਉਹ ਹਿਮਾਲਿਆ ਵਿੱਚ ਕੁਦਰਤੀ ਰਹੱਸਾਂ ਦੀ ਖੋਜ ਕਰਨ ਲਈ 5 ਮਹੀਨਿਆਂ ਤੱਕ ਦੱਖਣੀ ਧਰੁਵ ਯਾਨੀ ਸਾਊਥ ਪੋਲ 'ਤੇ ਰਹੇ। ਉੱਥੇ ਉਹ ਇੱਕ ਲੱਕੜੀ ਦੀ ਹੱਟ ਵਿੱਚ ਰਹਿੰਦੇ ਸਨ। ਉੱਥੋਂ ਦੇ ਘੇਰੇ ਵਿੱਚ ਕਿਸੇ ਜਿੰਦਾ ਪ੍ਰਾਣੀ ਦਾ ਨਾਮੋ ਨਿਸ਼ਾਨ ਵੀ ਨਹੀਂ ਸੀ। ਉੱਥੇ ਕੜਾਕੇ ਦੀ ਠੰਡ ਪੈਂਦੀ ਸੀ। ਬਰਫੀਲੀਆਂ ਹਵਾਵਾਂ ਸਣਸਣਾਉਂਦੀਆਂ ਹੋਈਆਂ ਉਸਦੇ ਕੰਨਾਂ ਕੋਲੋਂ ਦੀ ਲੰਘਦੀਆਂ ਅਤੇ ਉਸਦਾ ਸਾਹ ਅੰਦਰ ਹੀ ਅੰਦਰ ਭਾਰੀ ਹੋ ਕੇ ਜੰਮਦਾ ਜਿਹਾ ਸੁਣਾਈ ਦਿੰਦਾ। ਆਪਣੀ ਬੁੱਕ ਐਲੋਨ ਵਿੱਚ ਐਡਮਿਰਲ ਬੀਡ ਨੇ ਉਸ ਘੋਰ ਅੰਧਕਾਰ ਵਿੱਚ ਬਿਤਾਏ ਉਹਨਾਂ 5 ਮਹੀਨਿਆਂ ਵਿੱਚ ਹੋਏ ਉਹਨਾਂ ਐਕਸਪੀਰੀਅੰਸਿਸ ਦਾ ਵਰਣਨ ਕੀਤਾ ਹੈ। ਉਹ ਦੱਸਦੇ ਹਨ ਕਿ ਉੱਥੇ ਦਿਨ ਵੀ ਰਾਤਾਂ ਵਾਂਗ ਹਨੇਰੇ ਹੁੰਦੇ ਸਨ। ਆਪਣਾ ਮਾਨਸਿਕ ਸੰਤੁਲਨ ਬਣਾਈ ਰੱਖਣ ਲਈ ਉਹਨਾਂ ਨੂੰ ਆਪਣੇ ਆਪ ਨੂੰ ਬਿਜ਼ੀ ਰੱਖਣਾ ਪੈਂਦਾ ਸੀ। ਉਹਨਾਂ ਨੇ ਲਿਖਿਆ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਮੈਂ ਅਗਲੇ ਦਿਨ ਦਾ ਪ੍ਰੋਗਰਾਮ ਬਣਾਉਣ ਦਾ ਨਿਯਮ ਬਣਾ ਲਿਆ ਸੀ। ਮੈਂ ਆਪਣੇ ਅਗਲੇ ਦਿਨ ਲਈ ਟੂ-ਡੂ ਲਿਸਟ ਬਣਾਉਂਦਾ ਸੀ। ਮੈਂ ਆਪਣੇ ਵਕਤ ਨੂੰ ਵੱਖੋ ਵੱਖਰੇ ਕੰਮਾਂ ਵਿੱਚ ਵੰਡ ਦਿੱਤਾ। ਇਹ ਟਾਈਮ ਬਲੌਕਿੰਗ ਕਮਾਲ ਦੀ ਸੀ। ਇਸ ਤਰ੍ਹਾਂ ਮੈਂ ਆਪਣੇ ਆਪ ਉੱਤੇ ਕਾਬੂ ਰੱਖਣ ਵਿੱਚ ਸਫਲ ਹੋ ਸਕਿਆ। ਇਹ ਗੱਲ ਹਾਰਵਰਡ ਦੇ ਮੈਡੀਕਲ ਕਲੀਨਿਕ ਦੇ ਰਿਟਾਇਰਡ ਪ੍ਰੋਫੈਸਰ ਰਿਚਰਡ ਸੀ ਕੇਬਟ ਵਰਗੇ ਰਿਸਪੌਂਸਿਬਲ ਪਰਸਨ ਦੁਆਰਾ ਕਹੀ ਗਈ ਹੈ। ਆਪਣੀ ਕਿਤਾਬ ਵਾਟ ਮੈਨ ਲਿਵ ਬਾਏ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਇੱਕ ਡਾਕਟਰ ਹੋਣ ਦੇ ਨਾਤੇ ਮੈਨੂੰ ਇਹ ਦੇਖ ਕੇ ਬੜੀ ਖੁਸ਼ੀ ਹੋਈ ਹੈ ਕਿ ਸ਼ੱਕ, ਦੁਬਿਧਾ, ਡਰ, ਚਿੰਤਾ, ਨਫ਼ਰਤ ਦੀ ਸਥਿਤੀ ਵਿੱਚ ਪੈਦਾ ਹੋਈ ਬਿਮਾਰੀ ਨਾਲ ਪੀੜਤ ਵਿਅਕਤੀ ਕੰਮ ਵਿੱਚ ਰੁੱਝੇ ਰਹਿ ਕੇ ਨਿਰੋਗ ਹੋ ਜਾਂਦੇ ਹਨ। ਜੇ ਮੈਂ ਅਤੇ ਤੁਸੀਂ ਬਿਜ਼ੀ ਨਾ ਰਹਿ ਕੇ ਬੈਠੇ ਚਿੰਤਾ ਹੀ ਕਰਿਆ ਕਰੀਏ ਤਾਂ ਚਾਰਲਸ ਡਾਰਵਿਨ ਦੇ ਸ਼ਬਦਾਂ ਵਿੱਚ ਅਸੀਂ ਆਪਣੇ ਅੰਦਰ ਅਜਿਹੇ ਕੀਟਾਣੂਆਂ ਨੂੰ ਪਾਲਣ ਲੱਗਾਂਗੇ ਜੋ ਸਾਨੂੰ ਅੰਦਰ ਹੀ ਅੰਦਰ ਖੋਖਲਾ ਬਣਾ ਦੇਣਗੇ ਅਤੇ ਸਾਡੀ ਐਨਰਜੀ ਅਤੇ ਵਿਲ ਪਾਵਰ ਨੂੰ ਡਿਸਟਰੋਏ ਕਰ ਦੇਣਗੇ। ਮੈਂ ਨਿਊਯਾਰਕ ਦੇ ਇੱਕ ਅਜਿਹੇ ਬਿਜ਼ਨਸਮੈਨ ਨੂੰ ਜਾਣਦਾ ਹਾਂ ਜਿਸ ਨੇ ਬਿਜ਼ੀ ਰਹਿ ਕੇ ਆਪਣੇ ਮਨ ਵਿੱਚ ਉੱਠਣ ਵਾਲੀਆਂ ਉਲਝਣਾਂ ਨਾਲ ਸੰਘਰਸ਼ ਕੀਤਾ। ਉਸ ਆਦਮੀ ਦਾ ਨਾਂ ਟੌਪਰ ਲੌਂਗਮੈਨ ਹੈ ਅਤੇ 40 ਵਾਲ ਸਟਰੀਟ ਵਿੱਚ ਉਸ ਦਾ ਆਫਿਸ ਹੈ। ਉਸਨੇ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆ, ਕੁਝ ਸਾਲ ਪਹਿਲਾਂ ਮੈਨੂੰ ਚਿੰਤਾ ਦੇ ਕਾਰਨ ਅਨੀਂਦਰੇ ਦਾ ਰੋਗ ਹੋ ਗਿਆ। ਮੈਂ ਚਿੜਚਿੜਾ ਅਤੇ ਉਤੇਜਿਤ ਰਹਿਣ ਲੱਗਿਆ। ਮੈਨੂੰ ਲੱਗਿਆ ਕਿ ਹੌਲੀ-ਹੌਲੀ ਮੈਂ ਨਰਵਸ ਡਿਜ਼ੀਜ਼ ਦਾ ਸ਼ਿਕਾਰ ਬਣਦਾ ਜਾ ਰਿਹਾ ਸੀ। ਮੇਰੀ ਚਿੰਤਾ ਦੇ ਕਈ ਕਾਰਨ ਸਨ।
ਨਿਊਯਾਰਕ ਵਿਚਲੇ 418 ਵੈਸਟ ਬ੍ਰੌਡਵੇ ਕਰਾਊਨ ਫਰੂਟ ਐਂਡ ਐਕਸਟ੍ਰੈਕਟ ਕੰਪਨੀ ਦਾ ਮੈਂ ਕੈਸ਼ੀਅਰ ਸੀ। ਅਸੀਂ ਗੈਲਨ ਦੇ ਨਾਪ ਦੇ ਟੀਨਾਂ ਵਿੱਚ ਸਟ੍ਰਾਬੇਰੀ ਭਰਵਾਉਣ ਤੇ $20 ਲੱਖ ਖਰਚ ਕਰ ਦਿੱਤੇ। ਪਿਛਲੇ 20 ਸਾਲਾਂ ਤੋਂ ਇਹ ਟੀਨ ਵਿੱਚ ਭਰੀ ਸਟ੍ਰਾਬੇਰੀ ਅਸੀਂ ਆਈਸਕ੍ਰੀਮ ਬਣਾਉਣ ਵਾਲੀ ਕੰਪਨੀ ਨੂੰ ਵੇਚਦੇ ਸਾਂ। ਅਚਾਨਕ ਸਾਡੀ ਵਿਕਰੀ ਠੱਪ ਹੋ ਗਈ ਕਿਉਂਕਿ ਨੈਸ਼ਨਲ ਡਾਇਰੀ ਅਤੇ ਬੋਰਡਨ ਵਰਗੇ ਆਈਸਕ੍ਰੀਮ ਬਣਾਉਣ ਵਾਲੇ ਵਪਾਰੀ ਬੜੀ ਤੇਜ਼ੀ ਨਾਲ ਪ੍ਰੋਡਕਸ਼ਨ ਵਧਾ ਰਹੇ ਸਨ। ਹੁਣ ਉਹ ਸਟ੍ਰਾਬੇਰੀ ਦੇ ਟੀਨ ਨਹੀਂ ਸਨ ਖਰੀਦਦੇ, ਸਗੋਂ ਬੈਰਲ ਖਰੀਦਣ ਲੱਗੇ ਸਨ ਅਤੇ ਇਸ ਤਰ੍ਹਾਂ ਉਹ ਪੈਸੇ ਬਚਾਉਣ ਲੱਗੇ। ਨਤੀਜਾ ਇਹ ਹੋਇਆ ਕਿ ਸਾਡੇ ਕੋਲ $20 ਲੱਖ ਦੀ ਸਟ੍ਰਾਬੇਰੀ ਟੀਨਾਂ ਵਿੱਚ ਭਰੀ ਭਰਾਈ ਰਹਿ ਗਈ। ਹੋਰ ਤਾਂ ਹੋਰ ਅਸੀਂ ਆਉਣ ਵਾਲੇ 1 ਸਾਲ ਲਈ $10 ਲੱਖ ਦੇ ਮੁੱਲ ਦੀ ਸਟ੍ਰਾਬੇਰੀ ਦੀ ਐਡਵਾਂਸ ਡੀਲ ਵੀ ਕਰ ਚੁੱਕੇ ਸੀ। ਅਸੀਂ ਬੈਂਕ ਤੋਂ ਪਹਿਲਾਂ ਹੀ $40 ਲੱਖ ਦਾ ਲੋਨ ਵੀ ਲੈ ਚੁੱਕੇ ਸੀ। ਸਾਡੇ ਲਈ ਉਹ ਕਰਜ਼ੇ ਦਾ ਭੁਗਤਾਨ ਕਰਨਾ ਜਾਂ ਰੀਨਿਊ ਕਰਵਾਉਣਾ ਇੰਪੋਸੀਬਲ ਸੀ। ਇਹ ਮੇਰੇ ਸਟ੍ਰੈਸ ਜਾਂ ਡਿਪਰੈਸ਼ਨ ਦਾ ਕਾਰਨ ਸੀ। ਮੈਂ ਕੈਲੀਫੋਰਨੀਆ ਵਿਚਲੇ ਬੋਸਟਨਵਿਲੇ ਨਾਮੀ ਸਥਾਨ ਤੇ ਗਿਆ ਜਿੱਥੇ ਸਾਡੀ ਫੈਕਟਰੀ ਸੀ। ਮੈਂ ਉੱਥੇ ਆਪਣੇ ਪ੍ਰੈਜ਼ੀਡੈਂਟ ਨੂੰ ਬਹੁਤ ਸਮਝਾਇਆ ਕਿ ਇਹਨਾਂ ਬਦਲੇ ਹੋਏ ਹਾਲਾਤਾਂ ਦੇ ਕਾਰਨ ਸਾਡਾ ਬਿਜ਼ਨਸ ਠੱਪ ਹੋ ਜਾਵੇਗਾ। ਇਸ ਲਈ ਮੈਂ ਲਗਾਤਾਰ ਰਿਕੁਐਸਟ ਕਰਦਾ ਰਿਹਾ ਕਿ ਹੁਣ ਹੋਰ ਸਟ੍ਰਾਬੇਰੀ ਐਕਸਟ੍ਰੈਕਟ ਟੀਨਾਂ ਵਿੱਚ ਨਾ ਭਰਿਆ ਜਾਵੇ ਅਤੇ ਨਵੇਂ ਮਾਲ ਨੂੰ ਸੈਨ ਫਰਾਂਸਿਸਕੋ ਦੇ ਮਾਰਕੀਟ ਰੇਟ ਤੇ ਵੇਚ ਦਿੱਤਾ ਜਾਵੇ। ਆਖਿਰ ਬੜੀ ਮੁਸ਼ਕਿਲ ਨਾਲ ਮੈਂ ਪ੍ਰੈਜ਼ੀਡੈਂਟ ਨੂੰ ਇਹ ਗੱਲ ਸਮਝਾ ਪਾਇਆ। ਅਜਿਹਾ ਕਰਨ ਨਾਲ ਸਾਡੀਆਂ ਪ੍ਰੋਬਲਮਸ ਅਪਰੋਕਸੀਮੇਟਲੀ ਸੋਲਵ ਹੋ ਗਈਆਂ। ਇਸ ਨਾਲ ਮੇਰੀ ਚਿੰਤਾ ਦਾ ਵੀ ਅੰਤ ਹੋ ਜਾਣਾ ਚਾਹੀਦਾ ਸੀ, ਪਰ ਅਜਿਹਾ ਨਹੀਂ ਹੋਇਆ। ਚਿੰਤਾ ਵੀ ਇੱਕ ਆਦਤ ਵਾਂਗ ਹੈ ਜੋ ਇੱਕਦਮ ਨਹੀਂ ਛੁੱਟਦੀ ਅਤੇ ਇਹੀ ਗੱਲ ਮੇਰੇ ਨਾਲ ਹੋਈ। ਨਿਊਯਾਰਕ ਤੋਂ ਪਰਤਣ ਤੋਂ ਬਾਅਦ ਇਸ ਝਟਕੇ ਦੇ ਕਾਰਨ ਮੈਂ ਪਰੇਸ਼ਾਨ ਰਹਿਣ ਲੱਗਿਆ ਅਤੇ ਮੈਨੂੰ ਅਨੀਂਦਰੇ ਦਾ ਰੋਗ ਹੋ ਗਿਆ। ਜਿਵੇਂ ਕਿ ਮੈਂ ਪਹਿਲਾਂ ਦੱਸਿਆ ਹੈ ਕਿ ਮੈਂ ਡਿਪਰੈਸ਼ਨ ਵੱਲ ਵਧਣ ਲੱਗਿਆ। ਆਖਿਰ ਉਸ ਨਿਰਾਸ਼ਾ ਤੋਂ ਛੁਟਕਾਰਾ ਪਾਉਣ ਲਈ ਮੈਂ ਇੱਕ ਜੁਗਤ ਲੱਭੀ ਜਿਸ ਨੇ ਮੇਰੇ ਅਨੀਂਦਰੇ ਦੇ ਰੋਗ ਨੂੰ ਠੀਕ ਕਰ ਦਿੱਤਾ ਅਤੇ ਜਿਸ ਨਾਲ ਮੇਰੀ ਚਿੰਤਾ ਅਲੋਪ ਹੋ ਗਈ। ਇਹ ਜੁਗਤ ਸੀ ਆਪਣੇ ਆਪ ਨੂੰ ਬਿਜ਼ੀ ਰੱਖਣ ਦੀ। ਮੈਂ ਬਿਜ਼ੀ ਰਹਿਣਾ ਸ਼ੁਰੂ ਕਰ ਦਿੱਤਾ। ਪਹਿਲਾਂ ਮੈਂ 7 ਘੰਟੇ ਕੰਮ ਕਰਦਾ ਸੀ, ਪਰ ਹੁਣ ਮੈਂ 15-16 ਘੰਟੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੈਂ ਸਵੇਰੇ 8 ਵਜੇ ਆਫਿਸ ਜਾਂਦਾ ਅਤੇ ਅੱਧੀ ਰਾਤ ਤੱਕ ਮੈਂ ਉੱਥੇ ਹੀ ਕੰਮ ਵਿੱਚ ਲੱਗਿਆ ਰਹਿੰਦਾ। ਮੈਂ ਆਪਣੇ ਉੱਪਰ ਕੁਝ ਹੋਰ ਵੀ ਨਵੇਂ ਕੰਮ ਅਤੇ ਨਵੀਆਂ ਜ਼ਿੰਮੇਵਾਰੀਆਂ ਲੈ ਲਈਆਂ। ਅੱਧੀ ਰਾਤ ਨੂੰ ਜਦੋਂ ਮੈਂ ਘਰ ਮੁੜਦਾ ਤਾਂ ਇੰਨਾ ਥੱਕਿਆ ਹੁੰਦਾ ਕਿ ਬਿਸਤਰੇ 'ਤੇ ਪੈਂਦਿਆਂ ਹੀ ਨੀਂਦ ਆ ਜਾਂਦੀ। ਲਗਭਗ 3 ਮਹੀਨਿਆਂ ਤੱਕ ਇਹੀ ਹਾਲ ਰਿਹਾ। ਚਿੰਤਾ ਦੀ ਆਦਤ ਉਦੋਂ ਤੱਕ ਲਗਭਗ ਛੁੱਟ ਚੁੱਕੀ ਸੀ ਅਤੇ ਫਿਰ ਮੈਂ ਆਪਣੇ ਪਹਿਲੇ ਰੂਟੀਨ 'ਤੇ ਆ ਗਿਆ। ਬਰਨਾਰਡ ਸ਼ਾਹ ਕਹਿੰਦੇ ਹਨ ਕਿ ਉਹ ਲੋਕ ਦੁਖੀ ਰਹਿੰਦੇ ਹਨ ਜਿਨ੍ਹਾਂ ਕੋਲ ਇਹ ਸੋਚਣ ਦਾ ਖੁੱਲ੍ਹਾ ਸਮਾਂ ਹੁੰਦਾ ਹੈ ਕਿ ਉਹ ਖੁਸ਼ ਹਨ ਕਿ ਨਹੀਂ। ਇਸ ਲਈ ਕੰਮ ਵਿੱਚ ਰੁੱਝ ਜਾਓ। ਤੁਹਾਡਾ ਖੂਨ ਚੰਗੀ ਤਰ੍ਹਾਂ ਦੌਰਾ ਕਰਨ ਲੱਗ ਜਾਵੇਗਾ, ਦਿਮਾਗ ਸੁਚੇਤ ਹੋ ਜਾਵੇਗਾ। ਨੈਗੇਟਿਵਿਟੀ ਦੀ ਥਾਂ 'ਤੇ ਤੁਸੀਂ ਪੋਜ਼ਿਟਿਵ ਹੋ ਜਾਓਗੇ। ਕੀ ਤੁਸੀਂ ਸੋਚਿਆ ਹੈ ਕਿ ਲਾਇਬ੍ਰੇਰੀ ਅਤੇ ਲੈਬੋਰੇਟਰੀ 'ਚ ਹਮੇਸ਼ਾ ਸ਼ਾਂਤੀ ਕਿਉਂ ਹੁੰਦੀ ਹੈ? ਕਿਉਂਕਿ ਉੱਥੇ ਕੰਮ ਕਰਦੇ ਬੰਦੇ ਪੂਰੀ ਤਰ੍ਹਾਂ ਆਪਣੇ ਕੰਮ 'ਚ ਖੁੱਭੇ ਹੋਏ ਹੁੰਦੇ ਹਨ। ਉਹ ਆਪਣੇ ਕੰਮ 'ਤੇ ਪੂਰੀ ਤਰ੍ਹਾਂ ਕਨਸੈਂਟਰੇਟ ਹੋ ਕੇ ਰੁੱਝੇ ਹੋਏ ਹੁੰਦੇ ਹਨ। ਉਹਨਾਂ ਕੋਲ ਕਿਸੇ ਪ੍ਰਕਾਰ ਦੀ ਚਿੰਤਾ ਕਰਨ ਦੀ ਕੋਈ ਵੇਲ ਨਹੀਂ ਹੁੰਦੀ। ਇਸ ਲਈ ਕਦੇ ਵੀ ਕਿਸੇ ਰਿਸਰਚ ਕਰਨ ਵਾਲੇ ਬੰਦੇ ਦਾ ਮਾਨਸਿਕ ਸੰਤੁਲਨ ਨਹੀਂ ਵਿਗੜਦਾ। ਜਦੋਂ ਕੋਈ ਬੰਦਾ ਪੂਰੀ ਤਰ੍ਹਾਂ ਆਪਣੇ ਕੰਮ ਵਿੱਚ ਰੁੱਝਿਆ ਹੋਇਆ ਹੁੰਦਾ ਹੈ ਤਾਂ ਕੁਝ ਆਰਾਮਦਾਇਕ ਸੁਰੱਖਿਆ, ਕੁਝ ਅੰਦਰੂਨੀ ਸ਼ਾਂਤੀ ਅਤੇ ਅਨੋਖੀ ਖੁਸ਼ੀ ਉਸ ਦੀਆਂ ਨਸਾਂ ਵਿੱਚ ਚੱਲ ਰਹੀ ਹੁੰਦੀ ਹੈ। ਦੋਸਤੋ, ਵੇਲ ਇੱਕ ਤਰ੍ਹਾਂ ਦਾ ਸ਼ਰਾਪ ਹੈ, ਇੱਕ ਬਿਮਾਰੀ ਹੈ। ਇਸ ਲਈ ਆਪਣੇ ਆਪ ਨੂੰ ਹਮੇਸ਼ਾ ਕੁਝ ਚੰਗਾ ਕਰਨ 'ਚ ਬਿਜ਼ੀ ਰੱਖੋ। ਖੁਸ਼ ਰਹੋ, ਪੋਜ਼ਿਟਿਵ ਰਹੋ। ਜੇਕਰ ਤੁਸੀਂ ਰੁੱਝੇ ਰਹੋਗੇ ਤਾਂ ਨਿਰਾਸ਼ਾ ਅਤੇ ਚਿੰਤਾ ਖੰਭ ਲਾ ਕੇ ਉੱਡ ਜਾਵੇਗੀ। ਧੰਨਵਾਦ। ਦੋਸਤੋ, ਤੁਹਾਡੀ ਖੁਸ਼ੀ, ਤੁਹਾਡੀ ਕਾਮਯਾਬੀ ਅਤੇ ਤੁਹਾਡੀ ਚੜ੍ਹਦੀ ਕਲਾ ਹੀ ਸਾਹਿਤਿਕ ਸਫ਼ਰ ਚੈਨਲ ਦਾ ਮੋਟਿਵ ਹੈ। ਤਾਂ ਦੋਸਤੋ, ਬਣੇ ਰਹਿਣਾ ਸਾਡੇ ਨਾਲ ਅਤੇ ਜੇਕਰ ਸਾਡੀਆਂ ਵੀਡੀਓਜ਼ ਤੁਹਾਨੂੰ ਫਾਇਦੇਮੰਦ ਲੱਗਦੀਆਂ ਹਨ ਤਾਂ ਇਹਨਾਂ ਨੂੰ ਆਪਣੇ ਪਿਆਰਿਆਂ ਨਾਲ ਸ਼ੇਅਰ ਜ਼ਰੂਰ ਕਰਨਾ। ਧੰਨਵਾਦ।